ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੌੜੀ ਮਹੱਲਾ ਪੰਜਵਾਂ। ਧਨ ਏਉ ਥਾਨ ਗੋਬਿੰਦ ਗੁਣ ਗਾਏ, ਕੁਸ਼ਲ ਖੇਮ ਪ੍ਰਭ ਆਪ ਬਸਾਏ। ਰਹਾਉ ਬਿਪਤ ਤਹਾਂ ਜਹਾਂ ਹਰ ਸਿਮਰਨ ਨਾਹੀਂ, ਕੋਟ ਆਨੰਦ ਜੈ ਹਰ ਗੁਣ ਗਾਹੀ। ਹਰ ਵਿਸਰੀਏ ਦੁਖ ਰੋਗ ਕਨੇਰੇ, ਪ੍ਰਭ ਸੇਵਾ ਜਮ ਲਗੇ ਨਾ ਨੇਰੇ। ਸੋ ਬੜ ਭਾਗੀ ਨਿਹਚਲ ਥਾਨ, ਜਹ ਜਪੀਏ ਪ੍ਰਭ ਕੇਵਲ ਨਾਮ। ਜੈ ਜਾਈਏ ਤਹ ਨਾਲ ਮੇਰਾ ਸੁਆਮੀ, ਨਾਨਕ ਕੋ ਮਿਲਿਆ ਅੰਤਰਜਾਮੀ। ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਸਿੱਖ ਸੰਗਤ ਨੂੰ ਸਮਝਾ ਰਹੇ ਆ। ਧਨ ਇਹ ਥਾਨ ਗੋਬਿੰਦ ਗੁਣ ਗਾਏ। ਸਤਿਗੁਰੂ ਸਮਝਾਉਂਦੇ ਨੇ ਧਨ ਆ ਉਹ ਗੁਰਸਿੱਖ, ਗੁਰ ਸ਼ਬਦ ਦੀ ਕਮਾਈ ਕਰਨ ਵਾਲਾ, ਜਿੱਥੇ ਕੁਦਰਤ ਦੀ ਰਹਿਮਤ ਹੋ ਚੁੱਕੀ ਹੈ, ਜਿਹੜਾ ਗੋਬਿੰਦ ਦੇ ਗੁਣ ਗਾ ਰਿਹਾ ਵਾ। ਕੁਸ਼ਲ ਖੇਮ ਪ੍ਰਭ ਆਪ ਬਸਾਏ। ਕੁਸ਼ਲ ਹੁੰਦਾ ਖੁਸ਼, ਖੁਸ਼ੀਆਂ ਪ੍ਰਗਟ ਹੋ ਜਾਣੀਆਂ। ਖੇਮ ਤਿਆਗ, ਪ੍ਰਭ ਆਪ ਬਸਾਏ। ਪ੍ਰਭ ਦੀ ਕਿਰਪਾ ਹੋ ਚੁੱਕੀ ਹੁੰਦੀ, ਉਹ ਗੁਰਸਿੱਖ ਤੇ ਪ੍ਰਭ ਦੀ ਕਿਰਪਾ ਹੋ ਚੁੱਕੀ ਹੈ। ਜੋ ਗੋਬਿੰਦ ਦੇ ਗੁਣ ਗਾ ਰਹੇ ਨੇ ਆਪਦੇ ਮੂਲ ਦੇ, ਉਹਨਾਂ ਤੇ ਰਹਿਮਤ ਹੋ ਚੁੱਕੀ ਹੈ। ਉਹਨਾਂ ਦਾ ਸੰਸਾਰ ਸਾਗਰ 'ਚੋਂ ਛੁਟਕਾਰਾ ਹੋ ਚੁੱਕਿਆ। ਦੁੱਖ ਸਾਗਰ 'ਚੋਂ ਸੁਖ ਸਾਗਰ ਪਹੁੰਚ ਗਏ। ਸਤਿਗੁਰਾਂ ਦੇ ਬਚਨ ਲਈਏ ਜਪਜੀ ਸਾਹਿਬ ਦੇ, ਦੁੱਖ ਪਰ ਹਰ ਸੁੱਖ ਕਰ ਲੈ ਜਾਏ। ਗੁਰ ਸ਼ਬਦ ਦੀ ਕਮਾਈ, ਸੱਚ ਦਾ ਗਿਆਨ ਦੁੱਖ ਸਾਗਰ 'ਚੋਂ ਕੱਢ ਕੇ ਸਾਨੂੰ ਸੁਖ ਸਾਗਰ 'ਚ ਲੈ ਜਾਂਦਾ। ਇਹ ਉਹਨਾਂ ਨੂੰ ਪ੍ਰਾਪਤੀ ਹੁੰਦੀ ਹੈ ਭਾਈ, ਜਿਹੜੇ ਸਤਿਗੁਰਾਂ ਦੇ ਦਰਸਾਏ ਰਾਹ 'ਤੇ ਚੱਲਦੇ ਨੇ। ਕੋਈ ਵੀ ਹੋਏ, ਚੌਂ ਵਰਨਾਂ ਕੋ ਉਪਦੇਸ਼ ਸਾਂਝਾ। ਇਹ ਆਤਮ ਕਥਾ ਹੈ ਭਾਈ। ਜਦ ਤੱਕ ਆਤਮਾ ਪ੍ਰਾਤਮਾ 'ਚ ਲੈ ਨਹੀਂ ਹੁੰਦੀ, ਕੁਸ਼ਲ ਹੋ ਜਾਵੇ ਕਦੇ ਵੀ ਨਹੀਂ। ਸਰੀਰ ਕਰਕੇ ਅਸੀਂ ਹੁੰਨੇ ਹਾਂ ਜੋ ਸਰੀਰਕ ਰਸ ਨੇ। ਇੱਥੇ ਨਿਰਾਕਾਰ ਦੁਨੀਆ ਦੀ ਸੋਝੀ ਸਾਨੂੰ ਹੋਣੀ ਹੈ ਸਤਿਗੁਰ ਦੇ ਰਾਹੀਂ, ਸੱਚ ਦੇ ਗਿਆਨ ਦੇ ਰਾਹੀਂ। ਉਹ ਨਿਰੰਕਾਰ ਦੇ ਦੇਸ਼ ਜਾਣਾ ਹੈ, ਜਿੱਥੋਂ ਆਤਮਾ ਟੁੱਟ ਕੇ ਆਈ ਹੈ। ਉਹ ਸਤਿਗੁਰ ਸਮਝਾ ਰਿਹਾ ਭਾਈ, ਧਨ ਇਹੋ ਥਾਨ ਗੋਬਿੰਦ ਗੁਣ ਗਾਏ, ਕੁਸ਼ਲ ਖੇਮ ਪ੍ਰਭ ਆਪ ਬਸਾਏ। ਪ੍ਰਭ ਦੀ ਕਿਰਪਾ ਹੋ ਜਾਂਦੀ ਹੈ ਉਹ ਗੁਰਸਿੱਖ ਤੇ। ਰਹਾਉ, ਜੇ ਆਪਾਂ ਸਤਿਗੁਰਾਂ ਦੇ ਬਚਨ ਲਈਏ ਸੁਖਮਨੀ ਸਾਹਿਬ ਦੇ, ਧਨ ਤੇ ਜਨ ਜੈ ਘਟ ਵਸਿਓ ਹਰ ਨਾਮ। ਜਿਹਦੇ ਹਿਰਦੇ 'ਚ ਨਾਮ ਪ੍ਰਗਟ ਹੋ ਜਾਂਦਾ, ਸੱਚ ਦਾ ਗਿਆਨ ਪ੍ਰਗਟ ਹੋ ਜਾਂਦਾ। ਸਤਿਗੁਰੂ ਸਮਝਾਉਂਦੇ ਨੇ, ਬਿਪਤ ਤਹਾਂ ਜਹਾਂ ਹਰ ਸਿਮਰਨ ਨਾਹੀਂ। ਜਿਹੜੇ ਹਿਰਦੇ 'ਚ ਹਰ ਦਾ ਜਸ ਨਹੀਂ ਹੁੰਦਾ, ਹਰ ਦੀ ਸੋਝੀ ਨਹੀਂ ਹੁੰਦੀ, ਉਹ ਆਤਮਾ ਜੰਮਣ ਮਰਨ ਦੇ ਗੇੜ 'ਚ ਪਈਆਂ ਰਹਿੰਦੀਆਂ ਨੇ। ਵਿਪਤ ਬਣੀ ਰਹਿੰਦੀ ਹੈ, ਕਲਪਨਾ ਚੱਲਦੀ ਰਹਿੰਦੀ ਹੈ। ਕਾਲ ਉਹਨਾਂ ਨੂੰ ਛੱਡਦਾ ਨਹੀਂ। ਸੰਸਾਰ 'ਚੋਂ ਕਿੱਡੀ ਵੱਡੀ ਵੀ ਪਦਵੀ ਪ੍ਰਾਪਤ ਕਰ ਲੈਣਾ, ਚਾਹੇ ਗਰੀਬ ਹੋਏ ਚਾਹੇ ਅਮੀਰ ਹੋਏ, ਚਾਹੇ ਕੋਈ ਰਾਜਾ ਹੋਏ ਚਾਹੇ ਭਿਖਾਰੀ ਹੋਏ, ਚਾਹੇ ਸੰਸਾਰ 'ਚ ਕਿੱਡੀ ਵੀ ਉਹਨੇ ਉੱਚੀ ਪਦਵੀ ਪ੍ਰਾਪਤ ਕੀਤੀ ਹੋਵੇ, ਉਹ ਸਰੀਰ ਤੱਕ ਹੀ ਸੀਮਤ ਹੈ ਭਾਈ। ਜੇ ਆਪਾਂ ਭਗਤ ਕਬੀਰ ਜੀ ਦਾ ਸਲੋਕ ਲਈਏ,
ਭਗਤ ਕਬੀਰ ਜੀ ਸਮਝਾਉਂਦੇ ਨੇ, ਰਾਜਾ ਪਰਜਾ ਸਭ ਕਰ ਮਾਰੇ, ਐਸੋ ਕਾਲ ਬਡਾਨੀ ਰੇ। ਕਾਲ ਨੂੰ ਨਹੀਂ ਛੱਡਦਾ ਭਾਈ। ਅੱਗੇ ਸਤਿਗੁਰੂ ਸਮਝਾਉਂਦੇ ਨੇ, ਕੋਟ ਆਨੰਦ ਜੈ ਹਰ ਗੁਣ ਗਾਈ। ਉਹ ਗੁਰਸਿੱਖ ਨੂੰ ਕਰੋੜਾਂ ਆਨੰਦ ਪ੍ਰਾਪਤ ਹੁੰਦੇ ਨੇ, ਖੁਸ਼ੀਆਂ ਪ੍ਰਾਪਤ ਹੁੰਦੀਆਂ ਨੇ। ਜੇ ਆਪਾਂ ਸੰਸਾਰੀ ਭਾਵ ਵੀ ਲਈਏ, ਸਾਡੇ ਬੱਚੇ ਦੂਰ ਚਲੇ ਜਾਂਦੇ ਨੇ, ਕੁਛ ਟਾਈਮ ਬਾਅਦ ਆਉਂਦੇ ਨੇ ਅਤੇ ਅਸੀਂ ਉਹਨਾਂ ਨੂੰ ਕਿਵੇਂ ਪਿਆਰ ਨਾਲ ਮਿਲਦੇ ਹਾਂ। ਇਵੇਂ ਭਾਈ ਆਤਮਾ ਜਦੋਂ ਪ੍ਰਾਤਮਾ 'ਚ ਲੈ ਹੁੰਦੀ ਹੈ, ਆਪਦੇ ਮੂਲ 'ਚ ਜਿੱਥੋਂ ਟੁੱਟ ਕੇ ਆਈ ਸੀ, ਖੁਸ਼ੀਆਂ ਤਾਂ ਪ੍ਰਾਪਤ ਹੋਣੀਆਂ ਹੀ ਆ ਭਾਈ। ਬ੍ਰਹਮ ਮਿਲਣੇ ਕਾ ਚਾਅ ਦਾ ਇਹੀ ਭਾਵ ਹੈ। ਸਤਿਗੁਰੂ ਸਮਝਾਉਂਦੇ ਨੇ, ਕੋਟ ਆਨੰਦ ਜੈ ਹਰ ਗੁਣ ਗਾਈ। ਜਿਹੜੇ ਗੁਰਸਿੱਖ ਸੰਗਤ ਗੁਰੂ ਦੇ ਦਸਾਏ ਰਾਹ 'ਤੇ ਚੱਲੂਗੀ, ਉਹਨਾਂ ਨੂੰ ਵੀ ਖੁਸ਼ੀਆਂ ਪ੍ਰਾਪਤ ਹੋਣਗੀਆਂ। ਸ਼ਬਦ ਦੀ ਕਮਾਈ ਕਰਨ ਵਾਲੇ 'ਤੇ ਕਿਰਪਾ ਨਾ ਹੋਵੇ, ਕਦੇ ਵੀ ਨਹੀਂ ਹੋ ਸਕਦਾ। ਅੱਗੇ ਸਤਿਗੁਰੂ ਸਮਝਾਉਂਦੇ ਨੇ, ਹਰ ਵਿਸਰੀਏ ਦੁੱਖ ਰੋਗ ਘਨੇਰੇ। ਸਤਿਗੁਰਾਂ ਦੇ ਬਚਨ ਲਈਏ, ਹਰ ਬਿਸਰਤ ਸਦਾ ਖੁਆਰੀ, ਹਰ ਬਿਸਰਤ ਤੇਰੇ ਗੁਣ ਗਲਿਆ। ਸਤਿਗੁਰੂ ਸਮਝਾਉਂਦੇ ਨੇ, ਜਿਹੜੀ ਆਤਮਾ ਆਪਦੇ ਮੂਲ ਤੋਂ ਵਿਛੜ ਜਾਂਦੀ ਹੈ, ਉਹਨੂੰ ਘਨੇਰੇ ਦੁੱਖ ਝੱਲਣੇ ਪੈਂਦੇ ਨੇ। ਸੰਸਾਰ ਦੁੱਖ ਸਾਗਰ ਹੈ ਭਾਈ, ਉਹਦਾ ਜੰਮਣ ਮਰਨ ਤੋਂ ਛੁਟਕਾਰਾ ਨਹੀਂ ਹੁੰਦਾ। ਪਰਮੇਸ਼ਰ ਤੋਂ ਭੁੱਲਿਆ ਵਿਆਪਣ ਸਭੇ ਰੋਗ। ਉਹਨੂੰ ਸਾਰੀਆਂ 84 ਲੱਖ ਜੂਨੀ ਦਾ ਹੁਣ ਫਿਰ ਗੇੜਾ ਲਾਉਣਾ ਪੈਂਦਾ। ਉਹੀ ਸਤਿਗੁਰੂ ਸਮਝਾ ਰਹੇ ਨੇ। ਸਤਿਗੁਰਾਂ ਦੇ ਬਚਨ ਲਈਏ, ਜਿਹੜੇ ਗੁਰੂ ਭਗਤਾਂ ਦੇ ਦਰਸਾਏ ਰਾਹ 'ਤੇ ਨਹੀਂ ਚੱਲਦੇ, ਉਹਨਾਂ ਦਾ ਜੀਵਨ ਕਿਹੋ ਜਿਹਾ ਹੁੰਦਾ ਹੈ। ਆਪਦੇ ਆਪ ਨੂੰ ਹੀ ਸਿਆਣਾ ਮੰਨਦੇ ਨੇ। ਅਤੇ ਆਸਾ ਦੀ ਬਾਤ ਸਤਿਗੁਰਾਂ ਦੇ ਬਚਨ ਲਈਏ, ਪੌੜੀ, ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੁਚੇਤ, ਛੁੱਟੇ ਤਿਲ ਬੁਆੜ ਜਿਉਂ ਸੁੰਨੇ ਅੰਦਰ ਖੇਤ। ਉਹਨਾਂ ਦਾ ਜੀਵਨ ਕਿਹੋ ਜਿਹਾ ਹੁੰਦਾ, ਜਿਵੇਂ ਤਿਲਾਂ ਦੇ ਬੂਟੇ ਜਿਹੜੇ ਕਾਲੇ ਹੋ ਜਾਂਦੇ, ਜਿਨ੍ਹਾਂ ਵਿੱਚ ਉਹ ਤਿਲਾਂ ਦਾ ਵੀ ਨਹੀਂ ਹੁੰਦਾ, ਉਹਨਾਂ ਨੂੰ ਖੇਤ ਵਿੱਚ ਹੀ ਮਾਲਕ ਛੱਡ ਦਿੰਦਾ ਉਹਨਾਂ ਦਾ। ਉਹ ਕੌਣ ਹੁੰਦੇ ਨੇ? ਜਿਹੜੇ ਆਪ ਸਿਆਣੇ ਬਣਦੇ ਨੇ। ਇਸੇ ਤਰ੍ਹਾਂ ਵਿਆੜ ਦੇ ਬੂਟੇ ਵਾਂਗੂ ਉਹਨੂੰ ਖੇਤ ਵਿੱਚ ਛੱਡਿਆ ਜਾਂਦਾ, ਕਿਉਂਕਿ ਉਹਦਾ ਮਾਲਕ ਕੋਈ ਨਹੀਂ ਹੁੰਦਾ। ਜਿਹੜੇ ਤੇਲ ਵਾਲੇ ਹੁੰਦੇ ਨੇ, ਉਹ ਕਿਸਾਨ ਆਪਦੇ ਘਰ ਲਿਆ ਹੁੰਦਾ ਵਾ। ਇਵੇਂ ਜਿਹੜੀਆਂ ਆਤਮਾ ਆਪਦੇ ਗੁਰੂ ਨੂੰ ਛੱਡ ਕੇ ਭਟਕ ਜਾਂਦੀਆਂ ਨੇ, ਆਪਦੇ ਆਪ ਨੂੰ ਸਿਆਣੇ ਮੰਨਦੇ ਨੇ, ਉਹ ਛੁੱਟੇ ਤਲਵਾੜ ਜਿਉਂ ਸੁੰਨੇ ਅੰਦਰ ਖੇਤ। ਉਹ ਇੱਥੇ ਜੰਮਣ ਮਨ 'ਚ ਰਹਿ ਜਾਂਦੇ ਨੇ। ਅੱਗੇ ਸਤਿਗੁਰੂ ਸਮਝਾਉਂਦੇ ਨੇ, ਖੇਤੇ ਅੰਦਰ ਛੁੱਟਿਆ ਕਹੋ ਨਾਨਕ ਸੋ ਨਾਮ। ਖੇਤ ਦੇ ਅੰਦਰ ਕਿਉਂ ਛੱਡਿਆ ਗਿਆ ਭਾਈ? ਉਹ ਕਿ ਉਹਦਾ ਮਾਲਕ ਕੋਈ ਨਹੀਂ ਹੈਗਾ, ਉਹ ਤਿਲਾਂ 'ਚ ਤੇਲ ਹੀ ਹੈ ਨਹੀਂ, ਇਸ ਕਰਕੇ ਛੱਡਤਾ। ਇਵੇਂ ਜਿਹੜੀ ਆਤਮਾ ਨਾਮ ਤੋਂ ਬਿਨਾਂ, ਸੱਚ ਦੇ ਗਿਆਨ ਤੋਂ ਬਿਨਾਂ ਰਹਿ ਜਾਂਦੀ ਹੈ, ਉਹ ਸਤਿਗੁਰੂ ਸਮਝਾਉਂਦੇ ਨੇ, ਛੁੱਟੇ ਤਿਲ ਵਾੜ ਜਿਉਂ ਸੁੰਨੇ ਅੰਦਰ ਖੇਤ। ਐਂ ਛੱਡੀ ਜਾਂਦੀ ਹੈ, ਉਹੀ ਜੰਮਣ ਮਾਰੂ ਜਾਂਦੇ ਨੇ ਭਾਈ। ਉਹਨਾਂ ਨੂੰ ਦੁੱਖਾਂ ਦਾ ਪਹਾੜ ਟੁੱਟ ਪੈਂਦਾ, ਉਹੀ ਸਤਿਗੁਰੂ ਸਮਝਾਉਂਦੇ ਆ ਭਾਈ। ਹਰ ਬਿਸਰੀਏ ਦੁੱਖ ਰੋਗ ਘਨੇਰੇ, ਫਲੀਏ ਫੁੱਲੀਏ ਬੁੱਪੜੇ ਪੀਤਨ ਵਿੱਚ ਸਵਾ। ਬੂਟਾ ਤਾਂ ਬਹੁਤ ਵੱਡਾ ਹੁੰਦਾ ਵਾ, ਪਰ ਉਹਦੇ ਵਿੱਚ ਤੇਲ ਨਹੀਂ ਹੁੰਦਾ। ਉਹ ਤਿਲ ਕਾਲੇ ਹੋ ਜਾਂਦੇ ਨੇ, ਸੁਆਹ ਬਣ ਜਾਂਦੀ ਹੈ। ਇਵੇਂ ਨਾਮ ਤੋਂ ਬਿਨਾਂ ਇਹ ਸਾਡਾ ਸਰੀਰ ਆ ਜਿਹੜਾ, ਇਹ ਮਨੁੱਖਾ ਜਨਮ ਐਵੇਂ ਚਲਿਆ ਜਾਂਦਾ, ਜਿਵੇਂ ਇੱਕ ਤਿਜੋਰੀ ਦੇ ਵਿੱਚ ਪੈਸੇ ਨਹੀਂ ਹੁੰਦੇ, ਜਾਂ ਕੋਈ ਵੀ ਚੀਜ਼ ਐਸੀ ਮਹਿੰਗੀ ਨਹੀਂ ਹੁੰਦੀ, ਅਸੀਂ ਉਹਨੂੰ ਜਿੰਦਾ ਹੀ ਨਹੀਂ ਲਾਉਂਦੇ, ਉਹਦੀ ਕੋਈ ਕੀਮਤ ਨਹੀਂ ਹੁੰਦੀ। ਇਵੇਂ ਸਾਡੀ ਇਹ ਜਿਹੜੀ ਹੈਗੀ ਆ ਦੇਹੀ ਹੈ, ਇਹਦੀ ਕੋਈ ਕੀਮਤ ਨਹੀਂ ਪੈਂਦੀ। ਇਹ ਦੇਹੀ ਪ੍ਰਵਾਨ ਹੋਈ ਜਿਨ ਸਤਿਗੁਰ ਸਿਉ ਚਿਤ ਲਾਇਆ। ਇਹ ਦੇਹੀ ਕਿਹਨਾਂ ਦੀ ਪ੍ਰਵਾਨ ਹੁੰਦੀ ਹੈ? ਤੀਜੀ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ
ਆਨੰਦ ਸਾਹਿਬ ਦੀ ਬਾਣੀ ਸਮਝਾ ਰਹੇ ਆਪਾਂ ਨੂੰ ਭਾਈ। ਇਹ ਦਹੀ ਪ੍ਰਵਾਨ ਹੋਈ ਜਿਨ ਸਤਿਗੁਰ ਸਿਉ ਚਿੱਤ ਲਾ। ਜਿਹੜੇ ਉਹਦੇ ਭਾਣੇ ਅਨੁਸਾਰ ਚੱਲਦੇ ਨੇ ਉਹਨਾਂ ਦਾ ਇਸ ਸੰਸਾਰ 'ਤੇ ਆਉਣਾ ਸਫਲ ਹੋ ਜਾਂਦਾ। ਉਹੀ ਸਤਿਗੁਰ ਸਮਝਾਉਂਦੇ ਨੇ ਭਾਈ, ਹਰ ਬਿਸਰੀਏ ਦੁੱਖ ਰੋਗ ਕਨੇਰੇ, ਪ੍ਰਭ ਸੇਵਾ ਜਮ ਲੱਗੇ ਨਾ ਨੇਰੇ। ਸਤਿਗੁਰ ਸਮਝਾਉਂਦੇ ਨੇ ਪ੍ਰਭ ਸੇਵਾ ਕੀ, ਗੁਰ ਸੇਵਾ ਸ਼ਬਦ ਵਿਚਾਰ। ਪਹਿਲਾਂ ਤਾਂ ਉਹ ਆਪ ਸ਼ਬਦ ਦੀ ਕਮਾਈ ਕਰਦੇ ਨੇ ਗੁਰਸਿੱਖ, ਆਪ ਜਪੇ ਅਵਰੇ ਨਾਮ ਜਪਾਏ ਦਾ ਇਹੀ ਭਾਵ ਹੈ। ਪਹਿਲਾਂ ਤਾਂ ਉਹ ਆਪ ਪ੍ਰਾਪਤੀ ਕਰਦੇ ਨੇ, ਫਿਰ ਸਿੱਖ ਸੰਗਤ ਨੂੰ ਸਮਝਾਉਂਦੇ ਨੇ। ਪਹਿਲਾਂ ਤਾਂ ਆਪ ਘਰ ਪਹੁੰਚਦੇ ਨੇ, ਸਾਧ ਕੇ ਸੰਗ ਮਹਿਲ ਪਹੁੰਚੇ, ਉਹ ਦੇਵਲੋਕ ਪਹੁੰਚ ਜਾਂਦੇ ਨੇ। ਉਹਨਾਂ ਦਾ ਧਿਆਨ ਜਿਹੜਾ ਹੈਗਾ ਕੇਂਦਰ ਹੋ ਜਾਂਦਾ ਹੈ। ਸੱਚ ਦੇ ਗਿਆਨ ਤੋਂ ਬਿਨਾਂ ਧਿਆਨ ਕੇਂਦਰ ਨਹੀਂ ਹੁੰਦਾ, ਮਨ ਟਿਕਦਾ ਹੀ ਨਹੀਂ ਹੈਗਾ। ਜਿੰਨੇ ਅਸੀਂ ਕਰਮ ਕਰਦੇ ਹਾਂ ਸਾਰੇ ਸਰੀਰ ਕਰਕੇ ਹੈ, ਮਨ ਤਾਂ ਭੁੱਖਾ ਹੈ। ਪ੍ਰਭ ਸੇਵਾ ਜਮ ਲੱਗੇ ਨਾ ਨੇੜੇ। ਸਤਿਗੁਰ ਸਮਝਾਉਂਦੇ ਨੇ ਬਕਾਰ ਉਹਦੇ ਜਮ ਨੇੜੇ ਹੀ ਨਹੀਂ ਆਉਂਦੇ, ਉਹ ਆਪਦੇ ਘਰ ਪਹੁੰਚ ਜਾਂਦੇ ਨੇ। ਸੋ ਬੜਭਾਗੀ ਨਿਸ਼ਚਲ ਥਾਨ, ਉਹ ਨਿਸ਼ਚਲ ਥਾਨ ਹੈ ਜਿੱਥੇ ਜਾ ਕੇ ਆਤਮਾ ਪ੍ਰਾਤਮਾ ਇੱਕ ਹੋ ਕੇ ਥਿਰ ਹੋ ਜਾਂਦੀ, ਉਹਨੂੰ ਦੇਵਲੋਕ ਕਹਿੰਦੇ ਆ। ਥਿਰ ਕਰ ਵੈਸੋ ਹਰਜਨ ਪਿਆਰੇ, ਸਤਿਗੁਰ ਤੁਮਰੇ ਕਾਸ ਵਾਰੇ। ਇਹਦਾ ਭਾਵ ਵੀ ਉਹੀ ਹੈ ਭਾਈ, ਉਹੀ ਨਿਸ਼ਚਲ ਥਾਨ। ਜੇ ਮਾਇਆ ਪਾਰ ਕਰਨੀ ਹੈ, ਗੁਰ ਸ਼ਬਦ ਦੇ ਗਿਆਨ ਤੋਂ ਬਿਨਾਂ ਭਾਈ ਪਾਰ ਨਹੀਂ ਹੋਣੀ। ਪਾਰ ਅਪਾਰ ਪ੍ਰੀਤਮ ਗੁਰ ਸ਼ਬਦ ਲੰਘਾਵੈ, ਜਹ ਜਪੀਏ ਪ੍ਰਭ ਕੇਵਲ ਨਾਮ। ਸਤਿਗੁਰ ਸਮਝਾਉਂਦੇ ਨੇ ਉੱਥੇ ਕੇਵਲ ਨਾਮ ਦਾ ਜਸ ਹੁੰਦਾ ਹੈ। ਨਾਮ ਦੀ ਪ੍ਰਾਪਤੀ ਲਈ ਆਤਮਾ ਭਗਤੀ ਕਰਦੀ ਹੈ। ਉੱਥੇ ਨਾਮ ਕੀ ਹੈ? ਹੁਕਮ। ਇੱਕੋ ਨਾਮ ਹੁਕਮ ਹੈ। ਨਾਨਕ ਸਤਿਗੁਰ ਦੀਆ ਬੁਝਾਏ ਜੀ। ਇਹ ਸੱਚ ਦੇ ਗਿਆਨ ਤੋਂ ਸਾਨੂੰ ਪਤਾ ਲੱਗਦਾ। ਨਾਮ ਇੱਕ ਸ਼ਕਤੀ ਹੈ ਭਾਈ। ਨਾਮੇ ਹੀ ਉਤਪਤੀ, ਨਾਮੇ ਹੀ ਪਰਲੋ। ਇਹ ਨਾਮ ਨਾਲ ਸ੍ਰਿਸ਼ਟੀ ਸਾਜੀ ਜਾਂਦੀ ਹੈ, ਨਾਮ ਨਾਲ ਇਹ ਸਮਾਪਤ ਕੀਤੀ ਜਾਂਦੀ ਹੈ। ਜੋ ਉਪਜਿਆ ਸੋ ਬਿਨਸੈ, ਜੰਮਣਾ ਮਰਨਾ ਹੁਕਮ ਹੈ। ਇਹ ਸਭ ਹੁਕਮ ਨਹੀਂ ਹੋ ਰਿਹਾ ਭਾਈ। ਸਾਨੂੰ ਸੰਸਾਰੀ ਜੀਵਾਂ ਨੂੰ ਸੱਚਖੰਡ ਦਾ ਗਿਆਨ ਨਹੀਂ ਹੁੰਦਾ, ਨਿਰੰਕਾਰ ਦੀ ਦੇਸ਼ ਦਾ ਸਾਨੂੰ ਗਿਆਨ ਨਹੀਂ ਹੁੰਦਾ। ਅਸੀਂ ਸੰਸਾਰੀ ਜੀਵਾਂ, ਮਾਇਆ ਦਾ ਗਿਆਨ ਸਾਨੂੰ ਹੁੰਦਾ। ਮਾਇਆ ਦੇ ਜਿੰਨੇ ਵੀ ਅਸੀਂ ਧਰਮ ਕਰਦੇ ਹਾਂ ਸਰੀਰ ਕਰਕੇ ਕਰਦੇ ਹਾਂ, ਪਰ ਜਦੋਂ ਉਹਦੀ ਰਹਿਮਤ ਹੁੰਦੀ ਹੈ ਤਾਂ ਗੁਰਸਿੱਖ ਫਿਰ ਸ਼ਬਦ ਦੀ ਕਮਾਈ ਕਰਦੇ ਨੇ। ਉਹ ਸ਼ਬਦ ਦੀ ਕਮਾਈ ਕਰਕੇ ਪਹਿਲਾਂ ਤਾਂ ਆਪਦੇ ਘਰ ਪਹੁੰਚਦੇ ਨੇ, ਫਿਰ ਦੂਜਿਆਂ ਨੂੰ ਸਮਝਾਉਂਦੇ। ਗੁਰਬਾਣੀ ਵਿੱਚ ਸਭ ਤੋਂ ਵੱਡੀ ਇਹੀ ਸੇਵਾ, ਗੁਰ ਸੇਵਾ ਪ੍ਰਧਾਨ ਹੈ, ਸੇਵਕ ਸੂਰ ਹੈ। ਉਹੀ ਸਿੱਖ ਨੂੰ, ਸੇਵਕ ਨੂੰ ਬਾਣੀ ਸੂਰਮਾ ਮੰਨਦੀ ਹੈ, ਜਿਹੜਾ ਮਾਇਆ ਨੂੰ ਤਿਆਗ ਕੇ, ਕਾਲ ਨੂੰ ਜਿੱਤ ਕੇ ਹਰ ਦੇ ਚਰਨਾਂ 'ਚ ਪਹੁੰਚਦਾ ਵਾ। ਉਹੀ ਸਤਿਗੁਰ ਸਮਝਾ ਰਿਹਾ ਭਾਈ, ਜਹ ਜਪੀਏ ਪ੍ਰਭ ਕੇਵਲ ਨਾਮ। ਕੇਵਲ ਨਾਮ ਦਾ ਜਸ ਹੁੰਦਾ। ਨਾਮ ਦੀ ਪ੍ਰਾਪਤੀ ਖਾਤਰ ਉੱਥੇ ਗੁਣ ਗਾਏ ਜਾਂਦੇ ਆ, ਉੱਥੋਂ ਭਗਤੀ ਸ਼ੁਰੂ ਹੁੰਦੀ ਆ। ਜੇ ਆਪਾਂ ਸਤਿਗੁਰਾਂ ਦੇ ਬਚਨ ਲਈਏ ਜਪਜੀ ਸਾਹਿਬ ਦੇ, ਬਿਨ ਗੁਣ ਕੀਤੇ ਭਗਤ ਨਾ ਹੋਏ। ਗੁਣਾਂ ਦੀ ਪ੍ਰਾਪਤੀ ਕਰਨੀ ਹੈ ਪਹਿਲਾਂ ਭਾਈ, ਨਿਰਭਉ ਹੋਣਾ ਹੈ। ਨਿਰਭਉ ਅਸੀਂ ਆਪਦੀ ਮਤ ਨਾਲ ਤਾਂ ਹੋ ਨਹੀਂ ਸਕਦੇ, ਸੱਚ ਦੇ ਗਿਆਨ ਨਾਲ। ਜੇ ਆਪਾਂ ਸੁਖਮਨੀ ਸਾਹਿਬ ਦੇ ਬਚਨ ਲਈਏ ਸਤਿਗੁਰਾਂ ਦੇ, ਨਿਰਭਉ ਜਪੇ ਸਗਲ ਭਉ ਮਿਟੇ। ਪਹਿਲਾਂ ਸੰਸਾਰੀ ਡਰ, ਸਾਡੇ ਚਿੰਤਾ ਸਾਰੀਆਂ ਖਤਮ ਹੋ ਜਾਂਦੀਆਂ ਨੇ ਅਸੀਂ ਜਦੋਂ ਨਿਰਭਉ ਨੂੰ ਜਪਦੇ ਹਾਂ, ਸਮਝਦੇ ਹਾਂ। ਸਤਿਗੁਰਾਂ ਦੇ ਬਚਨ ਲਈ ਆਸਾ ਦੀ ਵਾਰ ਦੀ, ਨਿਰਭਉ ਨਿਰੰਕਾਰ। ਸੰਸਾਰੀ ਜੀਵ ਕਿੱਡੀਆਂ ਵੀ ਉੱਚੀਆਂ ਪ੍ਰਾਪਤੀਆਂ ਕਰ ਲਵੇ, ਕਿੰਨੇ ਵੀ ਉੱਚੇ ਪਦ ਪ੍ਰਾਪਤ ਕਰ ਲਵੇ, ਰਾਜਾ ਬਣ ਜਾਵੇ, ਕਿੰਨੀ ਸੰਪਤ ਇਕੱਠੀ ਕਰ ਲਵੇ, ਉਹ ਕਦੇ ਵੀ ਨਿਰਭਉ ਨਹੀਂ ਹੁੰਦਾ। ਮਾਇਆ ਤੋਂ ਪਾਰ ਹੀ ਨਿਰਭਉ ਦੀ ਪ੍ਰਾਪਤੀ ਹੁੰਦੀ। ਜਦੋਂ ਇਹ ਮਾਇਆ ਪਾਰ ਕਰ ਜਾਂਦਾ ਹੈ, ਇਹਦੇ ਅੰਦਰ ਮਾਇਆ ਦੀ ਇੱਛਾ ਨਹੀਂ ਰਹਿੰਦੀ, ਇਹਦਾ ਕਾਲ ਖਤਮ ਹੋ ਜਾਂਦਾ ਹੈ। ਇੱਛਾ ਹੀ ਇਹਦੀਆਂ ਕਾਲ ਹੈ।
ਫਿਰ ਇਹਨੂੰ ਨਿਰਭਉ ਦੀ ਪ੍ਰਾਪਤੀ ਹੁੰਦੀ ਹੈ, ਨਿਰਭੈ ਹੋ ਜਾਂਦਾ ਹੈ। ਫਿਰ ਉਹਦੇ ਗੁਣ ਗਾਉਂਦਾ ਹੈ ਮਾਇਆ ਤੋਂ ਉੱਪਰ ਉੱਠ ਕੇ। ਜੈ ਜਾਈਏ ਤੈ ਨਾਲ ਮੇਰਾ ਸੁਆਮੀ। ਸਤਿਗੁਰੂ ਸਮਝਾਉਂਦੇ ਨੇ ਉਹ ਸਰਬ ਵਿਆਪੀ ਸ਼ਕਤੀ ਦੇ ਵਿੱਚ ਉਹਨਾਂ ਦੀ ਆਤਮਾ ਪ੍ਰਾਤਮਾ 'ਚ ਲੈਅ ਹੋ ਜਾਂਦੀ ਹੈ। ਉਹ ਬੁੱਧੀ ਦੇ ਰਾਹੀਂ, ਦਿਵ ਦ੍ਰਿਸ਼ਟੀ ਦੇ ਰਾਹੀਂ ਸਤਿਗੁਰ ਦੇ ਨਾਲ ਜੁੜੇ ਰਹਿੰਦੇ ਨੇ, ਹਾਜ਼ਰ ਨਾਜ਼ਰ ਸਮਝਦੇ ਨੇ, ਕੋਈ ਸਤਿਗੁਰੂ ਸਮਝਾ ਰਹੇ ਨੇ। ਜਿੱਥੇ ਪਿੱਛੇ ਵਿਚਾਰ ਕੀਤੀ ਹੈ ਆਪਾਂ, ਬਿਪਤ ਤਹਾਂ ਜਾਂ ਹਰ ਸਿਮਰ ਨਾਹੀਂ। ਬਿਪਤ ਜਾਂ ਹਰ ਸਿਮਰ ਨਾਹੀਂ। ਜਿਹੜੇ ਗੁਰ ਸ਼ਬਦ ਵਿਚਾਰਦੇ ਨਹੀਂ, ਪੜ੍ਹਦੇ ਨੇ, ਉਹਨਾਂ ਨੂੰ ਇਹ ਪ੍ਰਾਪਤੀ ਨਹੀਂ ਹੁੰਦੀ ਭਾਈ। ਕਿਉਂਕਿ ਗੁਰਬਾਣੀ ਸੇਵਾ, ਗੁਰਸੇਵਾ ਸ਼ਬਦ ਵਿਚਾਰ ਹਉਮੈ ਮਾਰੇ ਕਰਨੀ ਸਾਰ। ਜਦ ਤੱਕ ਸਾਡੀਆਂ ਇੱਛਾ ਨਹੀਂ ਮਰਦੀਆਂ, ਸਾਡੀ ਸੇਵਾ ਸ਼ੁਰੂ ਨਹੀਂ ਹੁੰਦੀ। ਜਿੰਨੇ ਅਸੀਂ ਧਰਮ ਕਰਮ ਕਰਦੇ ਹਾਂ ਉਹ ਸਾਰੇ ਸਰੀਰ ਕਰਕੇ ਹੁੰਦੇ। ਸੇਵਾ ਕਦ ਸ਼ੁਰੂ ਹੁੰਦੀ ਹੈ? ਸੇਵਕ ਕੋ ਸੇਵਾ ਬਣ ਆਈ, ਹੁਕਮ ਬੂਝ ਪਰਮ ਪਦ ਪਾਈ। ਜਦੋਂ ਗੁਰਸਿੱਖ ਗੁਰੂ ਭਗਤਾਂ ਦੇ ਦਸਾਈ ਰਾਹ 'ਤੇ ਚੱਲ ਕੇ ਸੱਚ ਦਾ ਗਿਆਨ ਲੈ ਕੇ ਸਮਝ ਲੈਂਦਾ ਹੁਕਮ ਨੂੰ, ਫਿਰ ਉਹਦਾ ਜਸ ਕਰਦਾ, ਫਿਰ ਮਾਇਆ ਦਾ ਜਸ ਨਹੀਂ ਕਰਦਾ। ਉਦੋਂ ਉਹਦੀ ਸੇਵਾ ਸ਼ੁਰੂ ਹੁੰਦੀ ਹੈ। ਜੈ ਜਾਈਏ ਤੈ ਨਾਲ ਮੇਰਾ ਸੁਆਮੀ, ਨਾਨਕ ਕੋ ਮਿਲਿਆ ਅੰਤਰਜਾਮੀ। ਉਹ ਅੰਤਰਜਾਮੀ ਹੈ ਭਾਈ, ਅੰਤਰ ਤੇਰੇ ਹਰ ਵਸੈ। ਮਨ ਬਾਹਰ ਮੁਖੀ ਹੋਣ ਕਰਕੇ ਇਹਦਾ ਸੁਭਾਅ ਬੁਰਾਈਆਂ ਕਰਨੀ ਜ਼ਿਆਦਾ, ਚੰਗਿਆਈਆਂ ਕਰਨੀ ਘੱਟ ਹੈ। ਸਤਿਗੁਰਾਂ ਦੇ ਵਚਨ ਨੇ, ਨਾਮੇ ਆਲਕ ਕਰੇ ਬੁਰਾਈਆਂ ਸ਼ੇਰ। ਜੇ ਆਪਾਂ ਭਗਤ ਕਬੀਰ ਜੀ ਦਾ ਸਲੋਕ ਲਈਏ, ਕਬੀਰ ਸੁਖ ਨਾ ਇਹ ਜੁਗ ਕਰੇ ਜੋ ਬਹੁਤੇ ਉਮੀਦ। ਅਸੀਂ ਗੁਰੂ ਨੂੰ ਛੱਡ ਕੇ ਦਰ ਦਰ ਭਟਕਦੇ ਹਾਂ, ਸੁੱਖ ਕਿੱਥੋਂ ਪ੍ਰਾਪਤ ਹੋਣਾ ਸੀ? ਸੁਖਨੀ ਸਾ ਸਤਿਗੁਰਾਂ ਦੇ ਵਚਨ ਨੇ, ਮਾਣਕ ਕੀ ਟੇਕ ਬਿਰਥੀ ਜਾਨ ਦੇਵਨ ਕੋ ਏਕੇ ਭਗਵਾਨ। ਪਰ ਅਸੀਂ ਅਮਲ ਨਹੀਂ ਕੀਤਾ। ਗੁਰਬਾਣੀ 'ਤੇ ਅਮਲ ਕਰਨਾ ਹੈ ਭਾਈ। ਉਹ ਸ਼ਬਦ ਵਿਚਾਰ ਤੋਂ ਬਾਅਦ ਸਾਨੂੰ ਗਿਆਨ ਪੈਦਾ ਹੋਣਾ। ਜਿਹੜੀ ਸਾਡੀ ਕਲਪਨਾ, ਇਹ ਸਾਡਾ ਕਾਲ ਹੈ, ਇਹੀ ਇੱਛਾ ਸਾਨੂੰ ਜਾਣ ਨਹੀਂ ਦਿੰਦੀ, ਇਹੀ ਸੰਸਾਰ 'ਚ ਫਸਾ ਕੇ ਰੱਖਦੀ ਹੈ, ਇਹੀ ਸਾਡਾ ਜੰਮਣ ਮਾਰਨ ਦਾ ਕਾਰਨ ਬਣਦੀ ਹੈ। ਕਿ ਵੀ ਸੁਖ ਨਾ ਇਹ ਜਗ ਕਰੈ ਜੋ ਬਹੁਤੇ ਮੀਤ, ਜੋ ਚਿਤ ਰਾਖੇ ਏਕ ਸਿਉ ਤੇ ਸੁਖ ਪਾਵੇ ਨੀਤ। ਬਾਣੀ ਇੱਕ ਦਾ ਗਿਆਨ ਕਰਾਉਂਦੀ ਹੈ ਭਾਈ। ਇਹ ਜੀਵ ਇੱਕ ਹੋਣ ਆਇਆ ਵਾ, ਇਹ ਜੁਗ ਮੇ ਏਕੇ ਕੋ ਆਇਆ, ਜਨਮਤ ਮੋਇਆ ਮੋਹਣੀ ਮਾਇਆ। ਮਰਨ ਲਿਖਾਏ ਮੰਡਲ ਮੇ ਆਏ, ਜੀਵਨ ਸਾਜੇ ਮਾਈ। ਗੁਰਬਾਣੀ ਦੀ ਵਿਚਾਰ 'ਚ ਉਪਜਿਆ ਹੋਇਆ ਗਿਆਨ, ਇਹ ਸਾਡਾ ਮੋਹ ਦਾ ਜਾਲ ਕੱਟ ਦਿੰਦਾ ਹੈ। ਛੱਡਣਾ ਕੋਈ ਵੀ ਨਹੀਂ ਚਾਹੁੰਦਾ। ਸਤਿਗੁਰੂ ਸਮਝਾਉਂਦੇ ਨੇ, ਜਿੱਥੇ ਵੀ ਇਹ ਜੀਵ ਜਾਂਦਾ ਉੱਥੇ ਹੀ ਪ੍ਰੇਮ ਪਾ ਲੈਂਦਾ, ਉਸ ਨੂੰ ਹੀ ਆਪਣਾ ਘਰ ਮੰਨਣ ਲੱਗ ਜਾਂਦਾ। ਸਤਿਗੁਰਾਂ ਦੇ ਵਚਨ ਲਈਏ, ਅੱਖੀਂ ਵੇਖ ਨਾ ਰੱਜੀਆਂ ਉਹ ਰੰਗ ਤਮਾਸੇ, ਉਸਤਤ ਨਿੰਦਾ ਕੰਨ ਸੁਣ ਰੋਵਣ ਪੈ ਹਾਸੇ। ਸਾਡੀਆਂ ਜੀਵ ਨਾ ਰੱਜੀਆਂ ਕਰ ਭੋਗ ਬੁਲਾਸੇ, ਰਜ ਨਾ ਕੋਈ ਜੀਵਿਆ ਕੂੜੇ ਪ੍ਰਵਾਸੇ। ਪੀਰ ਮਰੀਦਾ ਪਿਰਹੜੀ ਸੱਚੀ ਸੈ ਰਹਿ ਰਾਸੇ। ਸੱਚ ਦੇ ਗਿਆਨ ਤੋਂ ਬਿਨਾਂ, ਉਹ ਕੁਦਰਤ ਦੇ ਅੱਗੇ ਬੇਨਤੀ ਕਰੀ ਤੋਂ ਬਿਨਾਂ ਸਾਡਾ ਸੰਸਾਰ 'ਚ ਆਉਣਾ ਨਿਫਲ ਹੋ ਜਾਂਦਾ। ਅਸੀਂ ਇਹ ਮਨੁੱਖਾ ਜਨਮ ਮਿਲਿਆ ਭਾਈ, ਇਹ ਗੋਬਿੰਦ ਦੀ ਪ੍ਰਾਪਤੀ ਲਈ, ਜੇ ਆਪਾਂ ਰਹਿ ਰਸ ਦੇ ਬਚਨ ਲਈਏ, ਪਈ ਪ੍ਰਾਪਤ ਮਾਨੁਕ ਦਿਓਰੀਆਂ, ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ।
ਪਰ ਗੁਰਬਾਣੀ ਦੇ ਗਿਆਨ ਤੋਂ ਬਿਨਾਂ, ਸੱਚ ਦੇ ਗਿਆਨ ਤੋਂ ਬਿਨਾਂ, ਗੁਰੂ ਭਗਤਾਂ ਦੇ ਦਰਸਾਏ ਰਾਹ ਤੋਂ ਬਿਨਾਂ ਇਹ ਸਾਡਾ ਜੀਵਨ ਐਵੇਂ ਹੀ ਚੱਲਿਆ ਜਾਂਦਾ ਵਾ। ਅਨੇਕਾਂ ਉਪਦੇਸ਼ ਨੇ ਗੁਰਬਾਣੀ ਵਿੱਚ ਸਾਨੂੰ ਸਮਝਾਇਆ ਹੋਇਆ, ਜਿਹੜੇ ਮਾਇਆ ਦੇ ਪ੍ਰਮਾਣ ਨੇ ਸਾਨੂੰ ਨਿਰਾਕਾਰ ਦੀ ਸੋਝੀ ਖਾਤਰ ਉਹ ਵਰਤੇ ਗਏ ਨੇ। ਆਓ ਸਾਰੇ ਮਿਲ ਕੇ ਗੁਰਬਾਣੀ ਨੂੰ ਵਿਚਾਰੀਏ, ਸਾਡਾ ਦੁੱਖਾਂ 'ਚੋਂ ਛੁਟਕਾਰਾ ਹੋ ਜਾਵੇ, ਜੰਮਣ ਮਰਨ ਦਾ ਜਿਹੜਾ ਭੈ ਆ ਉਹ ਖਤਮ ਹੋ ਜੇ। ਇਹੀ ਬੇਨਤੀ ਕਰਨੀ ਅੱਗੇ ਭਗਤ ਕਬੀਰ ਜੀ ਸਮਝਾਉਂਦੇ ਨੇ, ਅਬ ਕੀ ਬਾਰ ਬਖਸ਼ ਬੰਦੇ ਕੋ ਬਹੁਰ ਨਾ ਭਵ ਜਲ ਫੇਰਾ। ਇਹ ਦਾਤਾ, ਇਹ ਕਿਰਪਾ ਕਰ ਦੇ, ਇਹ ਤੇਰੀ ਰਹਿਮਤ ਤੋਂ ਬਿਨਾਂ ਛੁਟਕਾਰਾ ਨਹੀਂ ਹੋਣਾ, ਇਹ ਤੇਰੀ ਕਿਰਪਾ ਤੋਂ ਬਿਨਾਂ ਜੀਵ ਦਾ ਜੰਮਣ ਮਰਨ ਨਹੀਂ ਮੁੱਕਣਾ। ਆਵਾ ਕੌਣ ਮਿਟੇ ਪ੍ਰਭ ਸੇਵ, ਇਹ ਤੇਰੀ ਕਿਰਪਾ ਰਹਿਮਤ ਤੋਂ ਬਿਨਾਂ ਇਹ ਜੀਵ ਦਾ ਛੁਟਕਾਰਾ ਨਹੀਂ ਹੋ ਸਕਦਾ। ਆਓ ਸਾਰੇ ਮਿਲ ਕੇ ਆਪਾਂ ਇਹ ਅਰਦਾਸ ਕਰਨੀ ਹੈ, ਇਹੀ ਬੇਨਤੀ ਕਰਨੀ ਹੈ, ਅਬ ਕੀ ਵਾਰ ਬਖਸ਼ ਬੰਦੇ ਕੋ ਬਹੁਰ ਨਾ ਭਵ ਜਲ ਫੇਰਾ। ਇਹ ਦੁੱਖ ਸਾਗਰ ਹੈ ਭਾਈ, ਇਹ ਤੋਂ ਛੁਟਕਾਰਾ ਪਾਉਣਾ ਹੈ, ਸੁਖ ਸਾਗਰ ਆਪਦੇ ਘਰ ਜਾਣਾ ਹੈ। ਉਹ ਕੀ ਹੈ? ਸੱਚਖੰਡ। ਨਿਰੰਕਾਰ ਕੇ ਦੇਸ ਜਾਏ ਤਾਂ ਸੁਖ ਲਹੇ ਮਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।